ਸੋ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨਾਲ, ਜਿਹੜੇ ਕਿ ਇੱਕ ਸਿੱਖ ਹਿਸਟੋਰੀਅਨ ਹਨ। ਤੇ ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਚਰਚਾ ਕਰਨੀ ਹੈ, ਇਸ ਦੇ ਬਾਰੇ ਬਹੁਤ ਸਾਰੀ ਦੁਬਿਧਾ ਜੋ ਹੈ ਉਹ ਸਿੱਖ ਪੰਥ ਵਿੱਚ ਪਾਈ ਜਾਂਦੀ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇਤਿਹਾਸ ਵਿੱਚ ਬਹੁਤ ਸਾਰਾ ਮਿਲਗੋਬਾ ਹੋਇਆ ਹੈ, ਲੇਕਿਨ ਖਾਸ ਤੌਰ ਦੇ ਉੱਤੇ ਜਦੋਂ 40 ਮੁਕਤਿਆਂ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਸ ਵਿੱਚ ਕਈ ਵਾਰ ਕਿੰਤੂ ਪਰੰਤੂ ਹੁੰਦਾ ਹੈ ਮਨ ਵਿੱਚ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਲੀਡਰਸ਼ਿਪ ਦੇ ਵਿੱਚ ਸਿੱਖ ਉਹਨਾਂ ਨੂੰ ਛੱਡ ਸਕਦੇ ਸੀ? ਕੀ ਵਾਕਿਆ ਵਿੱਚ ਹੀ ਇਹ ਹੋਇਆ? ਆਓ ਇਸੇ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਤੇ ਜਾਣਕਾਰੀ ਲੈਣੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਤੋਂ ਕਿ ਕੀ 40 ਮੁਕਤਿਆਂ ਨੇ ਵਿਦਾਵਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ। ਸੋ ਕਰਨਲ ਸਾਹਿਬ, ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਵਿੱਚ ਖਾਸ ਤੌਰ 'ਤੇ ਸਿੱਖ ਇਤਿਹਾਸ ਜੋ ਹੈ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰਾ ਮਿਲਗੋਬਾ ਹੈ। ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈਗਾ। ਐਂਡ ਬੜੀ ਅਫਸੋਸ ਦੀ ਗੱਲ ਹੈਗੀ ਹੈ ਕਿ ਇਹ ਕੌਮ ਜਿਸ ਨੂੰ ਕਿ ਸਿਰਫ ਅਜੇ 500 ਸਾਲ ਹੋਏ ਹੋਂਦ ਵਿੱਚ ਆਏ, ਅਸੀਂ ਆਪਣੇ ਇਤਿਹਾਸ ਨੂੰ ਸੰਭਾਲ ਹੀ ਨਹੀਂ ਸਕ ਰਹੇ ਹਾਂ। ਹੁਣ ਵੀ ਉਹੀ ਚੀਜ਼ 1984 ਦੀ ਵੀ ਗੱਲ ਕਰ ਲਈਏ ਤਾਂ ਅਜੇ ਵੀ ਅਸੀਂ ਉਸ ਨੂੰ ਡਾਕੂਮੈਂਟ ਨਹੀਂ ਕਰ ਸਕੇ। ਸੋ ਐਜ਼ ਅ ਸਿੱਖ ਹਿਸਟੋਰੀਅਨ ਤੁਸੀਂ ਕੀ ਸਮਝਦੇ ਹੋ, ਕੀ ਕਾਰਨ ਹੈ ਕਿ ਸਿੱਖ ਜਿਹੜੇ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦੇ ਗੇ? ਮੈਂ ਇਹ ਸਮਝਦਾ ਕਿ ਸਿੱਖ ਪੰਥ ਦੇ ਸ਼ੁਰੂ ਹੋਣ ਤੋਂ ਬਾਅਦ ਤਕਰੀਬਨ 200 ਸਾਲ ਕਾਫੀ ਮੁਸ਼ਕਲ ਦਾ ਸਮਾਂ ਸੀ ਜੀ। ਸਿੰਘ ਜਿਹੜੇ ਸਨ ਜੰਗਲਾਂ ਵਿੱਚ ਔਰ ਘੋੜੇ ਦੇ ਕਾਠੇ 'ਤੇ ਰਹਿੰਦੇ ਸਨ। ਉਹਨਾਂ ਨੂੰ ਖੁਦ ਆਪਣਾ ਇਤਿਹਾਸ ਲਿਖਣ ਦਾ ਟਾਈਮ ਨਹੀਂ ਮਿਲਿਆ ਜੀ। ਔਰ ਜਿਨ੍ਹਾਂ ਗੈਰ ਸਿੱਖ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ, ਉਹਨਾਂ ਨੇ ਆਪਣੀ ਨਜ਼ਰੀਏ ਤੋਂ ਇਤਿਹਾਸ ਨੂੰ ਲਿਖਿਆ ਜੀ। ਪਰ ਉਸ ਤੋਂ ਬਾਅਦ ਦੇ ਸਮੇਂ ਵਿੱਚ ਕੁਝ ਆਪਣੇ ਇਤਿਹਾਸਕਾਰਾਂ ਨੇ ਆਪਣੇ ਇਤਿਹਾਸ ਨੂੰ ਸੰਭਾਲਿਆ ਔਰ ਸੰਭਾਲ ਕੇ ਲਿਖਿਆ ਜੀ। ਪਰ ਅੱਜ ਕੱਲ੍ਹ ਦਾ ਦੁਖਾਂਤ ਇਹ ਵੇ ਕਿ ਸਾਡੇ ਪ੍ਰਚਾਰਕ ਅਤੇ ਸਾਡੇ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਜਿਹੜੀ ਹੈ ਜੀ, ਉਹ ਆਪਣੀਆਂ ਪੁਰਾਤਨ ਪੁਸਤਕਾਂ ਨੂੰ, ਜਿਨ੍ਹਾਂ ਵਿੱਚ ਕਿ ਇਹ ਇਤਿਹਾਸ ਸਾਂਭਿਆ ਹੋਇਆ, ਉਹਨਾਂ ਨੂੰ ਪ੍ਰੋਪਰ ਤੌਰ 'ਤੇ ਸਾਰਾ ਪੜ੍ਹ ਲਿਖ ਨਹੀਂ ਰਹੀ ਹੈ ਜੀ। ਔਰ ਜਿਸ ਦਾ ਕਾਰਨ ਹੈ ਕਿ ਜੋ ਜਿਹਾ ਇਤਿਹਾਸ ਕੋਈ ਸਾਨੂੰ ਆ ਕੇ ਗੁਰਦੁਆਰਿਆਂ ਵਿੱਚ ਸੁਣਾ ਜਾਂਦਾ ਹੈ ਜੀ, ਉਹ ਹੀ ਸਾਡੇ ਮਨਾਂ ਵਿੱਚ ਗੱਲ ਬੈਠ ਜਾਂਦੀ ਹੈ। ਰਾਈਟ। ਹੁਣ ਅੱਜ ਦਾ ਇਹ ਪ੍ਰਸੰਗ ਸਿੱਖ ਇਤਿਹਾਸ ਦੇ ਸ਼ਹੀਦਾਂ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਉਹਨਾਂ ਪਰਉਪਕਾਰੀ ਬਹਾਦਰ ਸਿੰਘਾਂ ਦੀ ਦਾਸਤਾਨ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਇਹ ਉਪਦੇਸ਼ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕਿਛ ਖਾਏ, ਠੀਕ, ਉਸ ਨੂੰ ਅਮਲੀ ਰੂਪ ਦਿੰਦਿਆਂ ਹੋਇਆਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕਿਆ। ਔਰ ਅੰਮ੍ਰਿਤ ਛਕ ਕੇ ਆਪਣਾ ਘਰ-ਬਾਰ ਤਿਆਗਿਆ ਨਹੀਂ, ਆਪਣੇ ਘਰਾਂ ਵਿੱਚ ਆ ਕੇ ਜੀ ਉਹਨਾਂ ਨੇ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਦਾ ਬੰਦੋਬਸਤ ਕੀਤਾ। ਹੱਸਦਿਆਂ ਖੇਡਦਿਆਂ ਗਾਉਂਦਿਆਂ ਸਾਰਾ ਕੁਝ ਕਰਦਿਆਂ ਵਿੱਚੇ ਹੋਵੇ ਮੁਕਤ ਦਾ ਜਿਹੜਾ ਆਦਰਸ਼ ਸੀਗਾ ਉਹਨੂੰ ਕਾਇਮ ਰੱਖਿਆ। ਇਹ ਪ੍ਰਸੰਗ ਉਹਨਾਂ ਸੂਰਬੀਰਾਂ ਦਾ ਵੀ ਹੈ ਜਿਨ੍ਹਾਂ ਨੇ ਕਮਜ਼ੋਰ ਦਿਲ ਅਨੰਦਪੁਰ ਵਾਸੀਆਂ ਦਾ ਦਿੱਤਾ ਹੋਇਆ ਵਿਦਾਵਾ ਆਪਣੇ ਖੂਨ ਦੇ ਨਾਲ ਧੋਇਆ ਜੀ। ਅੱਜ ਦਾ ਇਹ ਪ੍ਰਸੰਗ ਜਿਹਦੀ ਅਸੀਂ ਜ਼ਿਕਰ ਕਰ ਰਹੇ ਹਾਂ, ਉਹਨਾਂ ਮੁਕਤ ਰੂਹਾਂ ਦਾ ਹੈ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਪੰਜਾਂ ਪਿਆਰਿਆਂ, ਚੌਹਾਂ ਸ਼ਬਦਾਂ, 40 ਮੁਕਤਿਆਂ ਨੂੰ ਯਾਦ ਕਰਦੇ ਹਾਂ। ਠੀਕ। ਉਹਨਾਂ ਪਰਉਪਕਾਰੀ ਸੂਰਬੀਰਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਟੀਵੀ ਦੇ ਸਾਰੇ ਦਰਸ਼ਕਾਂ ਨਾਲ ਫਤਿਹ ਦੀ ਸਾਂਝ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਨਾਂ 40 ਮੁਕਤਿਆਂ ਦੇ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਚਾਹਾਂਗਾ ਕਿ ਉਸ ਤੋਂ ਪਹਿਲਾਂ ਦਾ ਕੁਝ ਇਤਿਹਾਸ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂ ਜੀ। ਹੁਣ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ ਵੇਲੇ ਜਿਹੜਾ ਹਿਮਾਚਲ ਦੇ ਵਿੱਚ ਕੁਝ ਹਿੱਸਾ ਪੈਂਦਾ ਹੈ, ਕੁਝ ਪੰਜਾਬ ਵਿੱਚ ਹਿੱਸਾ ਪੈਂਦਾ ਹੈ, ਕੋਹਲੂਰ ਦੀ ਰਿਆਸਤ ਦੇ ਵਿੱਚ ਚੰਪਾ ਰਾਣੀ ਮਹਾਰਾਣੀ ਸੀ ਜਿਹੜੀ,
ਉਹਦੀ ਅਰਜ਼ ਤੇ ਕਿ ਗੁਰੂ ਜੀ ਤੁਸੀਂ ਸਾਡੇ ਇਲਾਕੇ ਵਿੱਚ ਠਹਿਰੋ ਜੀ। ਤਾਂ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਜੀ ਨੇ 500 ਰੁਪਏ ਦੇ ਕੇ ਤੇ ਮਾਖੋਵਾਲ ਦਾ ਪਿੰਡ ਤੇ ਉਹਦੇ ਨਾਲ ਦੀ ਜਾਇਦਾਦ ਸਾਰੀ ਖਰੀਦੀ ਜੀ। ਔਰ ਉਹ ਸਾਰੀ ਖਰੀਦ ਕੇ ਬਾਬਾ ਬੁੱਢਾ ਜੀ ਦੇ ਗ੍ਰੈਂਡਸਨ ਪੋਤਰੇ ਰੰਧਾਵਾ ਜੀ, ਬਾਬਾ ਰੰਧਾਵਾ ਜੀ ਕੋਲੋਂ, ਗੁਰਦਿੱਤਾ ਜੀ ਰੰਧਾਵਾ ਕੋਲੋਂ ਅਨੰਦਪੁਰ ਸਾਹਿਬ ਦੀ ਨੀਂਹ ਰਖਵਾਈ। ਠੀਕ ਹੈ। ਔਰ ਉਸ ਤੋਂ ਬਾਅਦ ਸੰਗਤਾਂ ਆਸਤਾ ਆਸਤਾ ਗੁਰੂ ਸਾਹਿਬ ਦੇ ਕੋਲ ਆਉਂਦੀਆਂ ਰਹੀਆਂ, ਸ਼ਹਿਰ ਵਸਦਾ ਰਿਹਾ, ਵੱਡਾ ਹੋ ਗਿਆ। ਔਰ ਉਦੋਂ ਇੱਕ ਬੜਾ ਦੁਖਾਂਤ ਵਰਤ ਰਿਹਾ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਕਿ ਹਿੰਦੁਸਤਾਨ ਦੇ ਗੱਦੀ ਤੇ ਬੈਠਾ ਬਾਦਸ਼ਾਹ ਔਰੰਗਜ਼ੇਬ ਆਪਣੇ ਇਸ ਜਨੂੰਨ ਦੇ ਵਿੱਚ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਇਸਲਾਮਿਕ ਸਟੇਟ ਬਣਾ ਦੇਣਾ ਹੈ, ਸਾਰਿਆਂ ਹਿੰਦੂਆਂ ਨੂੰ ਤਲਵਾਰ ਦੇ ਜ਼ੋਰ ਨਾਲ ਇਸਲਾਮ ਤਰਫ ਵਿੱਚ ਤਬਦੀਲ ਕਰਨਾ ਜੀ। ਔਰ ਇਸ ਤਰਾਜ਼ੀ ਤੋਂ ਬਚਣ ਲਈ ਉਸ ਵੇਲੇ ਪੰਡਤਾਂ ਦਾ ਇੱਕ ਡੈਲੀਗੇਸ਼ਨ ਪੰਡਤ ਕਿਰਪਾ ਰਾਮ ਦੇ ਅਗਵਾਈ ਹੇਠਾਂ ਜੀ ਅਨੰਦਪੁਰ ਸਾਹਿਬ ਪਹੁੰਚਿਆ। ਠੀਕ। ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਇਸ 'ਚ ਪਾਤਸ਼ਾਹ, ਜਿਵੇਂ ਕਿ ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਏਕ ਆਸਰਾ ਆਪ ਗੁਸਾਈ ਗਹੋਂ ਬਾਹੋਂ ਡੂਬਤ ਸਭ ਜਾਣੇ। हे ਸੱਚੇ ਪਾਤਸ਼ਾਹ, ਇੱਕ ਤੁਹਾਡਾ ਹੀ ਆਸਰਾ ਹੈ, ਸਾਡੀ ਬਾਂਹ ਫੜ ਲਓ, ਨਹੀਂ ਤੁਸੀਂ ਸਾਰੇ ਡੁੱਬ ਰਹੇ ਆ ਜੀ। ਰੱਖੋ ਅਬ ਹਿੰਦਨ ਕੀ ਟੇਕ, ਨਹੀਂ ਤਾਂ ਜਗ ਮੇਂ ਰਹੇ ਨਾ ਏਕ। ਠੀਕ। ਕਿ ਹਿੰਦੂਆਂ ਦੀ ਤੁਸੀਂ ਐਸੇ ਰੱਖਿਆ ਕਰੋ, ਜੇ ਨਾ ਕੀਤੀ ਤਾਂ ਦੁਨੀਆ ਵਿੱਚ ਇੱਕ ਵੀ ਹਿੰਦੂ ਨਹੀਂ ਰਹੇਗਾ ਜੀ। ਹੁਣ ਇਤਿਹਾਸ ਜਾਣਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਨੇ, ਦਿੱਲੀ ਜਾ ਕੇ ਉਹਨਾਂ ਦੀ ਸ਼ਹੀਦੀ ਹੋਈ ਹੈ। ਔਰ ਸ਼ਹੀਦੀ ਤੋਂ ਬਾਅਦ ਜਦੋਂ ਭਾਈ ਜੈਤਾ ਗੁਰੂ ਜੀ ਦਾ ਸ਼ੀਸ਼ ਲੈ ਕੇ ਜੀ ਅਨੰਦਪੁਰ ਸਾਹਿਬ ਪਹੁੰਚਦਾ ਹੈ ਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਭਾਈ ਜੈਤੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਤਿਕਾਰਿਆ ਜੀ, ਉੱਥੇ ਇਹ ਸੁਣ ਕੇ ਵੀ ਬੜੇ ਹੈਰਾਨ ਹੋਏ ਕਿ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਦੇ ਅੰਦਰ ਐਸਾ ਸਨਾਟਾ ਛਾ ਗਿਆ ਕਿ ਜਿਹੜੇ ਵੀ ਹਿੰਦੂ ਸਿੱਖ ਉੱਥੇ ਰਹਿੰਦੇ ਸਨ ਜੀ, ਉਹਨਾਂ ਕਿਹਾ ਵੀ ਸਾਨੂੰ ਕੌਣ ਕੋ ਪਛਾਣਦਾ ਹੈ, ਡਰਦੇ ਮਾਰੇ ਘਰਾਂ ਵਿੱਚ ਲੁਕ ਗਏ। ਠੀਕ। ਇਹ ਵਾਰਤਾ ਗੁਰੂ ਸਾਹਿਬ ਨੇ ਸੁਣੀ ਤਾਂ ਉਹਨਾਂ ਨੇ ਹਿੰਦੁਸਤਾਨ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਕਿ ਹੇ ਹਿੰਦੁਸਤਾਨੀਓ, ਮੈਂ ਹੁਣ ਇੱਕ ਐਸਾ ਪੰਥ ਤਿਆਰ ਕਰਾਂਗਾ, ਐਸਾ ਸਿੱਖ ਤਿਆਰ ਕਰਾਂਗਾ ਜੋ ਹਜ਼ਾਰਾਂ ਵਿੱਚ ਵੀ ਖਲੋਤਾ ਆ, ਵੱਖਰੀ ਪਹਿਚਾਣ, ਆਪਣੇ ਆਪ ਨੂੰ ਛੁਪਾ ਨਹੀਂ ਸਕੇਗਾ, ਉਹਦੀ ਪਹਿਚਾਣ ਵੱਖਰੀ ਹੋਏਗੀ, ਪਛਾਣਿਆ ਜਾਏਗਾ। ਹੁਣ ਇਸ ਪਛਾਣ ਨੂੰ ਕਾਇਮ ਰੱਖਣ ਵਾਸਤੇ, ਬਣਾਉਣ ਵਾਸਤੇ ਔਰ ਅਨੰਦਪੁਰ ਸਾਹਿਬ ਦੇ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਨੂੰ ਭਾਂਪਦਿਆਂ ਹੋਇਆਂ ਅਨੰਦਪੁਰ ਸਾਹਿਬ ਦੀ ਰੱਖਿਆ ਵਾਸਤੇ ਕਿਲ੍ਹਿਆਂ ਦੀ ਸਿਰਜਣਾ ਕਰਨੀ ਸ਼ੁਰੂ ਕੀਤੀ ਜੀ। ਅਤੇ ਉੱਥੇ ਗੁਰੂ ਸਾਹਿਬ ਜੀ ਨੇ 5 ਕਿਲ੍ਹੇ ਬਣਵਾਏ। ਠੀਕ ਹੈ। ਹੁਣ ਕਿਲ੍ਹੇ ਬਣਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ, ਅਸੀਂ ਜਾਣਦੇ ਹਾਂ ਕਿ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਜਦੋਂ ਕਿ ਸਾਰੀਆਂ ਸੰਗਤਾਂ ਅਨੰਦਪੁਰ ਸਾਹਿਬ ਇਕੱਠੀਆਂ ਹੋਈਆਂ ਸਨ ਤਾਂ ਉੱਥੇ ਅੰਮ੍ਰਿਤ ਦੀ ਦਾਤ ਸੰਗਤਾਂ ਨੂੰ ਬਖਸ਼ੀ। ਠੀਕ। ਔਰ ਇਤਿਹਾਸ ਦੱਸਦਾ ਹੈ ਕਿ ਉੱਥੇ ਤਕਰੀਬਨ 10,000 ਸਿੰਘਾਂ ਨੇ ਅੰਮ੍ਰਿਤ ਛਕਿਆ। ਠੀਕ। ਔਰ ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਜਿਹੜੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਆਪਣੀਆਂ ਜਿਹੜੀਆਂ ਜੰਗੀ ਕਾਰਵਾਈਆਂ ਨੇ ਜੀ ਜਾਂ ਸੂਰਬੀਰਤਾ ਵਾਲੀਆਂ ਕਾਰਵਾਈਆਂ ਨੇ, ਚਾਹੇ ਗੱਤਕਾ ਖੇਡਣਾ ਹੈ, ਚਾਹੇ ਨੇਜ਼ਾਬਾਜ਼ੀ ਕਰਨੀ ਹੈ, ਘੋੜ ਸਵਾਰੀ ਕਰਨੀ ਹੈ, ਜਿਨ੍ਹਾਂ ਤੋਂ ਕਿ ਉਸ ਵੇਲੇ ਦੀ ਹਕੂਮਤ ਨੇ ਸਾਰੀ ਪਬਲਿਕ ਨੂੰ ਡੱਕਿਆ ਸੀਗਾ, ਰਾਈਟ, ਕਮਜ਼ੋਰ ਕਰਨ ਵਾਸਤੇ ਕਿ ਤੁਸੀਂ ਘੋੜ ਸਵਾਰੀ ਨਹੀਂ ਕਰ ਸਕਦੇ, ਤੁਸੀਂ ਸ਼ਸਤਰ ਨਹੀਂ ਰੱਖ ਸਕਦੇ। ਬਿਲਕੁਲ। ਉਸ ਕੌਮ ਨੂੰ ਬੁਜ਼ਦਿਲ ਬਣਾਉਣ ਵਾਸਤੇ ਕੀਤਾ ਸੀਗਾ। ਗੁਰੂ ਸਾਹਿਬ ਨੇ ਉਸੇ ਕੌਮ ਨੂੰ ਇੱਕ ਬਹਾਦਰ ਕੌਮ ਬਣਾਉਣ ਵਾਸਤੇ ਠੀਕ
ਉਹਨਾਂ ਨੂੰ ਸ਼ਸਤਰ ਵੀ ਦਿੱਤੇ, ਰਾਈਟ, ਸ਼ਸਤਰ ਚਲਾਉਣ ਦੀ ਵਿਦਿਆ ਵੀ ਸਿਖਾਈ। ਬਿਲਕੁਲ, ਉਹਨਾਂ ਨੇ ਅਥਾਰਟੀਜ਼ ਨੂੰ ਚੈਲੰਜ ਕੀਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਇੱਕ ਮੈਂ ਐਸੀ ਕੌਮ ਵੱਖਰੀ ਕਾਇਮ ਕਰਦਾ ਜਿਹੜੀ ਕਿ ਚੈਲੰਜ ਕਰ ਸਕੇ, ਜੋ ਸੱਚ ਹੈ ਉਸ 'ਤੇ ਖਲੋ ਕੇ ਪਹਿਰਾ ਦੇ ਸਕੇ। ਹਾਂ, ਜਿਹੜੀ ਸੱਚ ਦੇ ਉੱਤੇ ਪਹਿਰਾ ਦੇ ਸਕੇ। ਬਿਲਕੁਲ, ਇਹਦੇ ਬਾਰੇ ਹੋਰ ਗੱਲ ਕਰਨੀ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇਤਿਹਾਸਕ ਪੱਖ ਤੋਂ ਜੋ ਸਾਨੂੰ ਜਾਣੂ ਕਰਾ ਰਹੇ ਹੋ ਕਿ 40 ਮੁਕਤਿਆਂ ਦਾ ਜਿਹੜਾ ਅੱਜ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ, ਮਾਘੀ ਅਸੀਂ ਮਨਾਉਣੀ ਹੈਗੀ ਹੈ, 40 ਮੁਕਤਿਆਂ ਨੂੰ ਯਾਦ ਕਰਨਾ ਹੈ, ਪਰ ਜਿਸ ਤਰੀਕੇ ਨਾਲ ਜੋ ਡਿਪਿਕਟ ਕੀਤਾ ਗਿਆ ਉਹਦਾ ਕੀ ਮਾਨਸਿਕਤਾ 'ਤੇ ਅਸਰ ਪੈਂਦਾ ਸਿੱਖਾਂ ਦੇ, ਤੇ ਕਿਉਂ ਇਹ ਮਿਲਗੋਬਾ ਹੋਇਆ, ਇਹਦੇ ਬਾਰੇ ਗੱਲ ਕਰਨੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866790884 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਡੇ ਨਾਲ ਸਾਂਝ ਪਾ ਰਹੇ ਨੇ। 40 ਮੁਕਤਿਆਂ ਦਾ ਜੋ ਇਤਿਹਾਸ ਅਸੀਂ ਸੁਣਨੇ ਆ, ਉਸ ਵਿੱਚ ਕੀ ਵਾਕਿਆ ਵਿੱਚ ਇਹ ਸੱਚਾਈ ਹੈ ਕਿ ਉਹ ਬਦਾਵਾ ਦੇ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ? ਬ੍ਰੇਕ ਤੋਂ ਪਹਿਲਾਂ ਕਰਨਲ ਸਾਹਿਬ ਨੇ ਪਿਛੋਕੜ ਜੋ ਸੀ ਉਸ ਸਮੇਂ ਦਾ, ਉਸ ਦੇ ਬਾਰੇ ਸਾਨੂੰ ਜਾਣੂ ਕਰਵਾਇਆ ਹੈ। ਆਓ ਹੋਰ ਇਨਫੋਰਮੇਸ਼ਨ ਲੈਣੇ ਜੀ ਕਰਨਲ ਸਾਹਿਬ। ਸੋ ਸਿਚੁਏਸ਼ਨ ਜਿਹੜੀ ਸੀ, ਤੁਸੀਂ ਕਿਹਾ ਕਿ ਬ੍ਰੇਕ ਤੋਂ ਪਹਿਲਾਂ ਕਿ ਸੱਚ ਨਾਲ ਜੁੜਨ ਲਈ ਗੁਰੂ ਸਾਹਿਬ ਨੇ ਜੋ ਹੈ ਤਾਮੀਰ ਕੀਤੀ ਤੇ ਸਿੱਖ ਨੂੰ ਖੜਾ ਕਰ ਦਿੱਤਾ। ਬਿਲਕੁਲ ਜੀ। ਹੁਣ ਸਿੰਘਾਂ ਦੀਆਂ ਇਹ ਕਾਰਵਾਈਆਂ ਦੇਖ ਕੇ ਜਿਹੜੇ ਪਹਾੜੀ ਰਾਜੇ ਸਨ ਜੀ, ਉਹ ਬੜੇ ਘਬਰਾ ਗਏ ਕਿ ਇਹ ਸਿੰਘ ਕਿਤੇ ਸਾਡੀਆਂ ਰਿਆਸਤਾਂ 'ਤੇ ਕਬਜ਼ਾ ਨਾ ਕਰ ਲੈ। ਠੀਕ। ਤਾਂ ਉਹਨਾਂ ਨੇ ਮੁਗਲ ਹਕੂਮਤ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਜੀ, ਔਰ ਉਹ ਘੇਰਾ ਤਕਰੀਬਨ 7-8 ਮਹੀਨੇ ਪਿਆ ਰਿਹਾ ਔਰ ਉਹ ਕਿਲ੍ਹੇ ਨੂੰ ਫਤਿਹ ਨਹੀਂ ਕਰ ਸਕੇ। ਅੰਤ ਵਿੱਚ ਉਹਨਾਂ ਨੇ ਇੱਕ ਕਾਜ਼ੀ ਨੂੰ ਕੁਰਾਨ ਦੇ ਕੇ ਔਰ ਪੰਡਤ ਜੀ ਨੂੰ ਆਟੇ ਦੀ ਗਾਂ ਬਣਾ ਕੇ ਇਹ ਕਹਿ ਕੇ ਭੇਜਿਆ ਕਿ ਤੁਸੀਂ ਸਹੁੰ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਆਖੋ ਕਿ ਇੱਕ ਵਾਰੀ ਕਿਲ੍ਹਾ ਖਾਲੀ ਛਾੜ ਕਰ ਦਿਓ। ਠੀਕ। ਤੇ ਅਸੀਂ ਤੁਹਾਨੂੰ ਕੋਈ ਨਹੀਂ ਕਹਿੰਦੇ, ਤੁਸੀਂ ਵਾਪਸ ਕਿਲ੍ਹੇ 'ਚ ਆ ਜਾਣਾ ਜੀ। ਹੁਣ ਇਹ ਗੱਲ ਪਰ ਗੁਰੂ ਸਾਹਿਬ ਨੇ ਉਹਨਾਂ ਦੀਆਂ ਸਹੁੰਆਂ 'ਤੇ ਇਤਬਾਰ ਨਹੀਂ ਕੀਤਾ। ਉਹ ਕਹਿ ਦਿੱਤਾ ਕਿ ਅਸੀਂ ਕਿਲ੍ਹਾ ਖਾਲੀ ਨਹੀਂ ਕਰਨਾ। ਹੁਣ ਇਹ ਗੱਲ ਅਨੰਦਪੁਰ ਦੇ ਵਿੱਚ ਬਿਜਲੀ ਵਾਂਗ ਫੈਲ ਗਈ ਕਿ ਉਹ ਸਹੁੰ ਚੁੱਕ ਰਹੇ ਨੇ, ਉਹ ਗੁਰੂ ਸਾਹਿਬ ਜਿਹੜੇ ਨੇ ਜਾਣ ਤੋਂ ਇਨਕਾਰੀ ਨੇ। ਤੋ ਜਿਹੜੀ ਨਾਰਮਲ ਪਬਲਿਕ ਸੀਗੀ ਅਨੰਦਪੁਰ ਸਾਹਿਬ ਦੇ ਵਾਸੀ ਸਨ, ਕਈ ਮਜ਼ਦੂਰ, ਹੋਰ ਕਾਰੀਗਰ, ਦੁਕਾਨਦਾਰ ਜਿਹੜੇ ਉੱਥੇ ਅਨੰਦਪੁਰ 'ਚ ਰਹਿੰਦੇ ਸਨ ਜੀ, ਉਹ ਮਾਤਾ ਜੀ ਕੋਲ ਪਹੁੰਚੇ ਕਿ ਮਾਤਾ ਜੀ ਬੇਟੇ ਨੂੰ ਸਮਝਾਓ ਕਿ ਉਹ ਸਹੁੰ ਚੁੱਕ ਰਹੇ ਨੇ, ਉਹਨੇ ਤੁਸੀਂ 5 ਦਿਨਾਂ ਵਾਸਤੇ ਕਿਲ੍ਹਾ ਖਾਲੀ ਕਰ ਦਿਓ। ਜਦੋਂ ਗੁਰੂ ਸਾਹਿਬ ਸ਼ਾਮੀ ਘਰ ਪਹੁੰਚੇ ਨੇ ਤੇ ਮਾਤਾ ਜੀ ਨੇ ਇਹ ਗੱਲ ਕਹਿ ਸੁਣਾਈ ਕਿ ਇਹ ਅਨੰਦਪੁਰ ਸਾਹਿਬ ਦੇ ਵਾਸੀ ਬੇਨਤੀ ਕਰ ਰਹੇ ਨੇ ਕਿ ਆਪਾਂ ਕਿਲ੍ਹੇ ਨੂੰ ਛੱਡ ਦਈਏ। ਤੇ ਗੁਰੂ ਸਾਹਿਬ ਨੇ ਦੱਸਿਆ ਕਿ ਮਾਤਾ ਜੀ ਇਹ ਸਹੁੰ ਝੂਠੀਆਂ ਨੇ ਔਰ ਅਸੀਂ ਤੁਹਾਨੂੰ ਕੱਲ੍ਹ ਉਹਨਾਂ ਦਾ ਪ੍ਰਗਟਾਵਾ ਕਰਕੇ ਦੱਸ ਦਿਆਂਗੇ। ਤਾਂ ਗੁਰੂ ਸਾਹਿਬ ਨੇ ਅਗਲੇ ਦਿਨ ਰਾਤ ਨੂੰ ਕਾਫੀ ਕੂੜ ਕਬਾੜ, ਜੁੱਤੀਆਂ, ਟੁੱਟੇ ਭਾਂਡੇ ਵਗੈਰਾ ਇਕੱਠੇ ਕਰਕੇ ਗੱਡਿਆਂ ਵਿੱਚ ਲੱਦ ਕੇ ਉੱਤੇ ਰੇਸ਼ਮੀ ਰੁਮਾਲੇ ਪਾ ਕੇ ਤੇ ਕਿਲ੍ਹੇ ਤੋਂ ਬਾਹਰ ਕੱਢ ਦਿੱਤੇ। ਠੀਕ। ਜਿੱਥੋਂ ਕਿ ਫੌਜਾਂ ਨੂੰ ਇਹ ਅੰਦਾਜ਼ਾ ਹੋਇਆ ਕਿ ਸ਼ਾਇਦ ਗੁਰੂ ਸਾਹਿਬ ਦਾ ਖਜ਼ਾਨਾ ਜਾ ਰਿਹਾ। ਉਹਨਾਂ ਗੱਡਿਆਂ ਨੂੰ ਲੁੱਟ ਲਿਆ ਜੀ। ਲੁੱਟਣ ਤੋਂ ਬਾਅਦ ਬੜੇ ਸ਼ਰਮਿੰਦੇ ਹੋਏ ਕਿ ਅਸੀਂ ਆਪਣੀਆਂ ਸਹੁੰਆਂ ਵੀ ਤੋੜ ਦਿੱਤੀਆਂ ਨੇ ਤੇ ਸਾਨੂੰ ਮਿਲਿਆ ਕਿ ਇਹ ਟੁੱਟੀਆਂ ਜੁੱਤੀਆਂ ਦੇ ਭਾਂਡੇ ਮਿਲੇ ਹੈਗੇ ਨੇ ਜੀ। ਪਰ ਜਿਹੜੇ ਅਨੰਦਪੁਰ ਵਾਸੀ ਸਨ ਉਹ ਹਾਲੇ ਵੀ ਆਪਣਾ ਦਿਲ ਪੱਕਾ ਨਾ ਕਰ ਸਕੇ ਜੀ। ਅਗਲੇ ਦਿਨ ਫਿਰ ਗੁਰੂ ਸਾਹਿਬ ਦੇ ਕੋਲ ਆਏ ਤੇ ਕਹਿਣ ਲੱਗੇ, ਗੁਰੂ ਸਾਹਿਬ ਅਸੀਂ ਇਹ ਜੰਗ ਨਹੀਂ ਦੇਖ ਸਕਦੇ, ਇਹਨਾਂ ਲਹੂ ਹੋ ਰਿਹਾ, ਅਸੀਂ ਨਹੀਂ ਦੇਖ ਸਕਦੇ ਜੀ। ਸਾਡੇ ਬੱਚੇ ਭੁੱਖੇ ਮਰ ਰਹੇ ਨੇ, ਖਾਣ ਨੂੰ ਰੋਟੀ ਨਹੀਂ ਹੈਗੀ, ਸੋ ਤੁਸੀਂ ਸਾਨੂੰ ਕਿਲ੍ਹੇ 'ਚੋਂ ਜਾਣ ਦੀ ਇਜਾਜ਼ਤ ਦਿਓ ਜੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਦੇਖੋ ਤੁਸੀਂ ਅਨੰਦਪੁਰ ਦੇ ਵਿੱਚ ਰਹਿੰਦੇ ਹੋ, ਅਨੰਦਪੁਰ ਦੇ ਨਿਵਾਸੀ ਹੈਗੇ ਹੋ, ਤੇ ਸਾਡੀਆਂ ਸਿੱਖ ਫੌਜਾਂ ਜਿਹੜੀਆਂ ਨੇ, ਖਾਲਸਾ ਫੌਜ ਜਿਹੜੀ ਹੈ ਇਹ ਤੁਹਾਡੀ ਰਾਖੀ ਕਰੇਗੀ, ਤੁਹਾਡਾ ਵਾਲ ਵਿੰਗਾ ਨਹੀਂ ਹੋਣ ਦੇਵੇਗੀ ਜੀ। ਪਰ ਉਹ ਸਿਵਲੀਅਨ ਲੋਕੀ ਜਿਹੜੇ ਸਨ, ਆਮ ਪਬਲਿਕ ਜਿਹੜੀ ਸੀਗੀ, ਉਹ ਆਪਣਾ ਦਿਲ ਹਾਰ ਚੁੱਕੀ ਸੀ ਔਰ ਉਹ ਗੁਰੂ ਸਾਹਿਬ ਨੂੰ ਵਿਦਾਵਾ ਦੇ ਕੇ ਜੀ ਤੇ ਕਹਿੰਦੇ ਨੇ ਕਿ ਗੁਰੂ ਸਾਹਿਬ ਸਾਨੂੰ ਜਾਣ ਦਿਓ। ਸੋ ਉਹਨਾਂ ਨੇ ਆਪਣੀਆਂ ਜੋ ਵੀ ਛੋਟਾ ਮੋਟਾ ਸਮਾਨ ਸੀ ਲੈ ਕੇ ਜੀ ਆਪੋ ਆਪਣੇ ਘਰਾਂ ਨੂੰ ਚਲੇ ਗਏ। ਠੀਕ ਹੈ ਜੀ। ਹੁਣ ਜਦੋਂ ਆਪਣੇ ਇਲਾਕੇ ਵਿੱਚ ਪਹੁੰਚੇ ਨੇ ਤਾਂ ਉੱਥੇ ਇਹ ਖਬਰ ਬਿਜਲੀ ਵਾਂਗਰ ਫੈਲ ਗਈ ਕਿ ਕੁਝ
ਆਨੰਦਪੁਰ ਵਾਸੀ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਵਾਪਸ ਆ ਗਏ ਜੀ। ਹੁਣ ਇੱਥੇ ਇੱਕ ਹੋਰ ਗੱਲ ਕਹਿਣ ਵਾਲੀ ਰਤਨ ਸਿੰਘ ਪੰਗੂ ਕਹਿੰਦੇ ਨੇ ਕਿ ਜਦੋਂ ਇਹ ਆਨੰਦਪੁਰ ਵਾਸੀ ਬਦਾਵਾ ਦੇ ਗਏ ਨੇ ਤੇ ਗੁਰੂ ਸਾਹਿਬ ਨੇ ਸਿੰਘਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਖਾਲਸਾ ਜੀ ਉਹ ਆਨੰਦਪੁਰ ਵਾਸੀ ਬਦਾਵਾ ਦੇ ਕੇ ਚਲੇ ਗਏ ਨੇ ਜੀ, ਤੁਹਾਡੀ ਕੀ ਇੱਛਾ ਹੈ, ਤੁਹਾਡੇ 'ਚ ਕੋਈ ਜਾਣਾ ਚਾਹੁੰਦਾ ਹੈ ਤੇ ਜਾ ਸਕਦਾ ਹੈ। ਤਾਂ ਗੁਰੂ ਕੇ ਸਿੰਘਾਂ ਨੇ ਉਸ ਵੇਲੇ ਕਿਹਾ ਕਿ ਸੱਚੇ ਪਾਤਸ਼ਾਹ ਅਸੀਂ ਤੇ ਆਪਣੇ ਸੀਸ ਤੁਹਾਨੂੰ ਦੇ ਚੁੱਕੇ ਹਾਂ ਤੇ ਅਸੀਂ ਜਿੱਥੇ ਸਾਡਾ ਗੁਰੂ ਹੈ ਉੱਥੇ ਰਵਾਂਗੇ, ਤੁਹਾਡੇ ਨਾਲ ਰਵਾਂਗੇ, ਤੁਹਾਡੇ ਨਾਲ ਜੀਵਾਂਗੇ, ਤੁਹਾਡੇ ਨਾਲ ਹੀ ਮਰਾਂਗੇ। ਠੀਕ ਹੈ। ਸੋ ਸਿੰਘਾਂ ਦੇ ਵਿੱਚੋਂ ਕੋਈ ਵੀ ਗੁਰੂ ਸਾਹਿਬ ਨੂੰ ਛੱਡ ਕੇ ਜਾਂ ਬਦਾਵਾ ਦੇ ਕੇ ਨਹੀਂ ਗਿਆ। ਇਹ ਸਿਰਫ ਆਨੰਦਪੁਰ ਵਾਸੀ ਸਨ ਜਿਹੜੇ ਕਿ ਗੁਰੂ ਸਾਹਿਬ ਨੂੰ ਬਦਾਵਾ ਦੇ ਗਏ ਨੇ। ਹੁਣ ਇਹ ਜਦੋਂ ਆਨੰਦਪੁਰ ਵਾਸੀ ਆਪਣੇ ਘਰਾਂ ਨੂੰ ਪਹੁੰਚੇ ਨੇ ਜੀ, ਉੱਥੇ ਇਹ ਖਬਰ ਬਿਜਲੀ ਵਾਂਗਰ ਠੀਕ ਫੈਲ ਗਈ ਜੀ। ਤਾਂ ਹੁਣ ਭਾਈ ਮਾਨ ਸਿੰਘ ਵਰਗੇ, ਮਾਤਾ ਭਾਗੋ ਵਰਗੇ ਅੰਮ੍ਰਿਤਧਾਰੀ ਸਿੰਘ ਜਿਹੜੇ ਆਪਣਾ ਜੀਵਨ ਆਪਣੇ ਪਰਿਵਾਰਾਂ ਨਾਲ ਜੂ ਰਹੇ ਸਨ, ਉਹਨਾਂ ਨੇ ਆਪਣੇ ਆਪ ਨੂੰ ਇਕੱਠਿਆਂ ਕੀਤਾ ਔਰ ਉਹਨਾਂ ਦੇ ਵਗਾਰ ਦੇ ਉੱਤੇ ਕਾਫੀ ਵੱਡਾ ਜਥਾ ਉਹਨਾਂ ਦੇ ਨਾਲ ਖੜਾ ਹੋ ਗਿਆ ਔਰ ਉਹਨਾਂ ਨੇ ਵਹੀਰ ਘੱਤ ਕੇ ਗੁਰੂ ਸਾਹਿਬ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜੀ। ਪਤਾ ਲੱਗਾ ਕਿ ਗੁਰੂ ਸਾਹਿਬ ਮਾਲਵੇ ਵੱਲ ਹੈਗੇ ਨੇ। ਤਾਂ ਇਹ ਸਿੰਘ ਜਿਹੜੇ ਨੇ ਮਾਨ ਸਿੰਘ ਦੀ ਕਮਾਨ ਥੱਲੇ, ਬੀਬੀਆਂ ਮਾਤਾ ਭਾਗੋ ਜੀ ਦੀ ਕਮਾਨ ਥੱਲੇ ਇਹ ਜਥਾ ਗੁਰੂ ਸਾਹਿਬ ਨੂੰ ਤਕਰੀਬਨ ਖਿਦਰਾਣਾ ਦੀ ਢਾਬ ਕੋਲ ਆ ਕੇ ਮਿਲਦਾ ਔਰ ਉੱਥੋਂ ਪਿੱਛੋਂ ਵਜ਼ੀਰ ਖਾਨ ਦੀ ਫੌਜ ਜਿਹੜੀ ਹੈ ਉਹ ਗੁਰੂ ਸਾਹਿਬ ਦਾ ਪਿੱਛਾ ਕਰਦੀ ਆ ਰਹੀ ਹੈ ਜੀ। ਔਰ ਉਹ ਫੌਜ ਦਾ ਔਰ ਇਹਨਾਂ ਸਿੰਘਾਂ ਦਾ ਮੁਕਾਬਲਾ ਖਿਦਰਾਣੇ ਦੀ ਢਾਬ ਦੇ ਉੱਤੇ ਮਾਘੀ ਦੇ ਨਜ਼ਦੀਕ ਹੋਇਆ ਜੀ, ਜਿਸ ਵਿੱਚ ਕਿ ਇਹ ਸਾਰੇ ਸਿੰਘ ਜਿਹੜੇ ਨੇ ਸ਼ਹੀਦ ਹੋ ਗਏ ਨੇ। ਬੜੀ ਜ਼ਬਰਦਸਤ ਜੰਗ ਹੋਈ, ਉਸ ਤੋਂ ਬਾਅਦ ਸਿੰਘ ਸ਼ਹੀਦ ਹੋਏ ਔਰ ਜਿਹੜੀਆਂ ਫੌਜਾਂ ਸਨ ਉਹ ਮੁਗਲੀਆ ਫੌਜਾਂ ਉਹ ਹਾਰ ਦਾ ਮੂੰਹ ਵੇਖ ਕੇ ਉੱਥੋਂ ਵਾਪਸ ਚਲੀਆਂ ਗਈਆਂ। ਠੀਕ ਹੈ। ਉਹਨਾਂ ਦੇ ਵਾਪਸ ਜਾਣ 'ਤੇ ਗੁਰੂ ਸਾਹਿਬ ਨੇ ਜੰਗੇ ਮੈਦਾਨੇ ਜੰਗ ਵਿੱਚ ਆ ਕੇ ਆਪਣੇ ਸਿੰਘਾਂ ਨੂੰ ਸਤਿਕਾਰਿਆ। ਕਿਸੇ ਨੂੰ 5 ਹਜ਼ਾਰੀ, ਕਿਸੇ ਨੂੰ 10 ਹਜ਼ਾਰੀ, ਕਿਸੇ ਨੂੰ 20 ਹਜ਼ਾਰੀ ਦਾ ਖਿਤਾਬ ਦਿੱਤਾ ਤੇ ਦਿੰਦੇ ਜਦੋਂ ਭਾਈ ਮਾਨ ਸਿੰਘ ਕੋਲ ਪਹੁੰਚੇ ਨੇ ਜੀ ਤੇ ਕਹਿੰਦੇ ਨੇ ਬੇਟਾ ਤੁਹਾਡੇ ਕੋਲ ਆਖਰੀ ਇੱਛਾ ਤੇ ਦੱਸੋ। ਤਾਂ ਭਾਈ ਮਾਨ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਉਹ ਜਿਹੜੇ ਕਮਜ਼ੋਰ ਦਿਲ ਇਨਸਾਨ ਭੁੱਲੜ ਆਨੰਦਪੁਰ ਵਾਸੀ ਤੁਹਾਨੂੰ ਬਦਾਵਾ ਦੇ ਕੇ ਆ ਗਏ ਸਨ, ਤੁਸੀਂ ਉਹਨਾਂ ਦੀ ਟੁੱਟੀ ਗੰਢ ਲਓ। ਠੀਕ, ਤੁਸੀਂ ਉਹਨਾਂ ਨੂੰ ਬਖਸ਼ ਲਓ। ਸੋ ਭਾਈ ਮਾਨ ਸਿੰਘ ਨੇ ਐਨ ਉਸੇ ਤਰ੍ਹਾਂ ਹੀ ਪਰਉਪਕਾਰ ਕੀਤਾ ਜਿਵੇਂ ਗੁਰੂ ਅਰਜਨ ਸਾਹਿਬ ਦੇ ਵਕਤ ਭਾਈ ਲੱਦਾ ਪਰਉਪਕਾਰੀ ਨੇ ਸੱਤੇ ਤੇ ਬਲਵੰਤ ਨੂੰ ਬਖਸ਼ਵਾਇਆ ਸੀਗਾ। ਠੀਕ ਹੈ। ਸੋ ਭਾਈ ਮਾਨ ਸਿੰਘ ਨੇ ਜਾਂ ਉਹਦੇ ਸਿੰਘਾਂ ਨੇ ਬਦਾਵਾ ਨਹੀਂ ਦਿੱਤਾ। ਭਾਈ ਰਤਨ ਸਿੰਘ ਪੰਗੂ ਬੜਾ ਕਲੀਅਰਲੀ ਲਿਖਦਾ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਕਿ ਕਿਸੇ ਸਿੰਘ ਨੇ ਬਦਾਵਾ ਨਹੀਂ ਦਿੱਤਾ ਜੀ, ਬਲਕਿ ਇਹ ਸਿੰਘ ਗੁਰੂ ਸਾਹਿਬ ਦੀ ਭਾਲ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਦੇ ਹੋਏ ਉਹਨਾਂ ਨੇ ਉਹਨਾਂ ਭੁੱਲੜ ਸਿੱਖਾਂ ਦਾ ਦਿੱਤਾ ਹੋਇਆ ਬਦਾਵਾ ਦਾ ਕਲੰਕ ਜਿਹੜਾ ਸੀਗਾ ਆਪਣੇ ਖੂਨ ਦੇ ਨਾਲ ਸਾਫ਼ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਔਰ ਇਸ ਤੋਂ ਬਾਅਦ ਗੁਰੂ ਸਾਹਿਬ ਤਕਰੀਬਨ 9 ਮਹੀਨੇ ਬਠਿੰਡੇ ਦਮਦਮਾ ਸਾਹਿਬ ਠਹਿਰੇ ਨੇ ਔਰ ਉੱਥੇ ਜਦੋਂ ਮਾਤਾ ਜੀ ਦਿੱਲੀ ਤੋਂ ਆਏ ਨੇ ਤੇ ਪੁੱਛਦੇ ਨੇ ਬਾਦਸ਼ਾਹ 4 ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਤਾਂ ਗੁਰੂ ਸਾਹਿਬ ਸੰਗਤਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਮਾਤਾ ਜੀ इन पुत्रन के शीश पर वार दिए सुत चार मुँह तो क्या हुआ अब जीवत कई हज़ार। सो गुरु साहब ने ये आदर्श जड़ा खालसा पंथ नूं दिता कि तुसीं सच्चाई दे उत्ते और निमाणियां और गरीबां दे लई परोपकार दे वास्ते जे जाना भी वारनियां पैण तां तुसीं उस तो पिछे नहीं हटना और उस किरदार नूं महान सिंह शहीद परोपकारी योधे नूं मैं अज और उन्हां 40 मुक्तियां नूं अज नमस्कार करदा और उम्मीद करदा कि सिख इतिहास दे विच उन्हां प्रति पाया होया भुलेखा कुछ दूर हो सकेगा। ਹੁਣ ਸਵਾਲ ਆਉਂਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਅਨੰਦਪੁਰ ਦੇ ਵਸਨੀਕ ਸਨ ਜਿਹੜੇ ਛੱਡ ਕੇ ਗਏ ਨਾ ਕਿ 40 ਮੁਕਤੇ, ਪਰ ਅੱਜ ਜਦੋਂ ਅਸੀਂ ਅਰਦਾਸ ਕਰਨੇ ਆ ਤਾਂ ਕੰਨ ਸਾਹਿਬ ਉਹਦੇ 'ਚ ਫਿਰ ਇਹ 40 ਮੁਕਤਿਆਂ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ? ਇਹ 40 ਮੁਕਤੇ ਹੀ ਕਿਉਂ ਫੋਕਸ ਕੀਤੇ ਜਾਂਦੇ ਨੇ? ਉਹ ਇਸ ਲਈ ਕਿ ਉਹਨਾਂ ਨੇ
ਇਸ ਬਦਾਵੇ ਦੇ ਕਲੰਕ ਨੂੰ ਆਪਣੇ ਖੂਨ ਦੇ ਨਾਲ ਰਾਈਟ ਸਾਫ਼ ਕੀਤਾ। ਇਸ ਲਈ ਅਸੀਂ ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ। ਰਾਈਟ। ਹੁਣ ਇੰਨਾ ਮਿਲਗੋਬਾ ਦੇਖੋ ਕਿਸ ਤਰੀਕੇ ਨਾਲ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਕਿ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਇਤਿਹਾਸ ਵਿੱਚ ਅੱਜ ਅਸੀਂ ਉਹਨਾਂ ਨੂੰ, ਕਿਉਂਕਿ ਇੱਕ ਵਾਰੀ ਕਹਿੰਦੇ ਨੇ ਜੀ ਕਿ ਜਦੋਂ ਲੋੜ ਹੋਏ ਤੇ ਕੰਮ ਨਾ ਆਈਏ ਤੇ ਬਾਅਦ ਦੇ ਵਿੱਚ ਆ ਕੇ ਸੌਰੀ ਕਹਿ ਦੀ, ਉਹਦੀ ਕੀ ਮਹੱਤਤਾ ਹੋਈ। ਲੇਕਿਨ ਅਸੀਂ ਇਹਨਾਂ 40 ਮੁਕਤਿਆਂ ਦੇ ਉੱਤੇ ਇਹ ਦੋਸ਼ ਲਾ ਕੇ ਇਹ ਸਭ ਕੁਝ ਕਰ ਦਿੱਤਾ। ਇਹ ਜੋ ਮਿਲਗੋਬਾ ਹੋਇਆ ਤੁਸੀਂ ਕੀ ਸਮਝਦੇ ਹੋ? ਇਹ ਮਿਲਗੋਬਾ ਮੈਂ ਸਮਝਦਾ ਇਸ ਲਈ ਹੋਇਆ ਕਿ ਸਾਡੇ ਕੁਝ ਅਣਜਾਣ ਇਤਿਹਾਸ ਤੋਂ ਅਣਜਾਣ ਲੋਕਾਂ ਨੇ ਜੀ ਜਦੋਂ ਇਹ ਪੜ੍ਹਿਆ ਕਿ ਮਾਨ ਸਿੰਘ ਨੇ ਕਿਹਾ ਮਹਾਰਾਜ ਜੀ ਉਹ ਬਦਾਵਾ ਪਾੜ ਦਿਓ, ਤਾਂ ਉਹਨਾਂ ਸੋਚਿਆ ਕਿ ਸ਼ਾਇਦ ਮਾਨ ਸਿੰਘ ਹੀ ਬਦਾਵਾ ਦੇ ਕੇ ਆਇਆ ਸੀਗਾ ਤੇ ਉਸਨੇ ਬਦਾਵਾ ਪਾੜਨ ਦੀ ਰਿਕੁਐਸਟ ਕੀਤੀ ਹੈ। ਜਦ ਕਿ ਅਸਲੀਅਤ ਇਹ ਵੇ ਕਿ ਬਦਾਵਾ ਅਨੰਦਪੁਰ ਦੇ ਉਹ ਵਾਸੀ ਦੇ ਕੇ ਆਏ ਸਨ ਜਿਹੜੇ ਕਿ ਅਨੰਦਪੁਰ ਵਿੱਚ ਰਹਿੰਦੇ ਸਨ। ਕੋਈ ਟੇਲੂਏ ਸਨ, ਮਜ਼ਦੂਰ ਸਨ, ਨੌਕਰ ਸਨ, ਚਾਕਰ ਸਨ, ਕੁਝ ਆਪੋ ਆਪਣੀਆਂ ਛੋਟੀਆਂ ਮੋਟੀਆਂ ਦੁਕਾਨਾਂ ਦਾ ਕੰਮ ਕਰਦੇ ਸਨ। ਉਹ ਜਿਹੜੇ ਸਿਵਲੀਅਨ ਪਾਪੂਲੇਸ਼ਨ ਸੀਗੀ ਉਹ ਬਦਾਵਾ ਦੇ ਕੇ ਆਈ ਸੀ, ਨਾ ਕਿ ਗੁਰੂ ਕੇ ਸਿੰਘ। ਠੀਕ ਹੈ ਜੀ। ਸੋ ਇਸ ਚੀਜ਼ ਤੋਂ ਇਹੀ, ਕਿਉਂਕਿ ਅਗੇਨ ਲੀਡਰਸ਼ਿਪ ਦੇ ਉੱਤੇ ਵੀ ਕੁਐਸਚਨ ਹੁੰਦਾ ਹੈ ਕਿ ਤੁਸੀਂ ਕਮਾਂਡਰ ਹੋ ਫੌਜ ਦੇ ਤੇ ਤੁਹਾਡੇ ਥੱਲੋਂ ਜੇਕਰ ਸਿਪਾਹੀ ਚਲੇ ਜਾਣ ਤਾਂ ਉਹ ਸਿਪਾਹੀਆਂ ਦੀ ਗਲਤੀ ਨਹੀਂ, ਇਹ ਜਰਨੈਲ ਦੀ ਜਿਹੜੀ ਹੈਗੀ ਉਹਦੀ ਗਲਤੀ ਹੋਏਗੀ ਕਿ ਕੀ ਉਹਦੇ 'ਚ ਲੀਡਰਸ਼ਿਪ ਸਕਿੱਲਸ ਨਹੀਂ ਸਨ। ਕਿਉਂਕਿ ਮੈਂ ਸ਼ੁਰੂ ਤੋਂ ਬਚਪਨ ਤੋਂ ਜਦੋਂ ਇਹ ਕਹਾਣੀ ਸੁਣਦਾ ਸਾਂ ਤੇ ਮਨ ਵਿੱਚ ਸ਼ੰਕਾ ਜ਼ਰੂਰ ਪੈਦਾ ਹੁੰਦਾ ਸੀ। ਔਰ ਖਾਸ ਕਰਕੇ ਜੋ ਆਰਮੀ ਲਾਈਫ ਦੇ ਵਿੱਚ ਗਏ, ਆਰਮੀ ਦੀਆਂ ਇੰਨੀਆਂ ਕੰਪੇਨਸ ਪੜ੍ਹੀਆਂ ਤੇ ਪਤਾ ਇਹ ਲੱਗਾ ਕਿ ਵੀ ਅਗਰ ਲੜਾਈ ਮੈਦਾਨੇ ਜੰਗ ਦੇ ਵਿੱਚ ਕਿਸੇ ਫੌਜੀ ਕਮਾਂਡਰ ਦੇ ਥੱਲਿਓਂ ਕੋਈ ਫੌਜ ਦੇ ਬੰਦੇ ਦੌੜ ਜਾਂਦੇ ਨੇ ਤੇ ਸਾਰਿਆਂ ਨਾਲੋਂ ਪਹਿਲਾਂ ਕਲੰਕ ਜਿਹੜਾ ਹੈ ਉਹ ਕਮਾਂਡਰ ਦੇ ਉੱਤੇ ਆਉਂਦਾ ਹੈ ਕਿ ਵੀ ਇਹਨੇ ਆਪਣੇ ਫੌਜੀਆਂ ਨੂੰ ਠੀਕ ਤਰੀਕੇ ਨਾਲ ਮੋਟੀਵੇਟ ਨਹੀਂ ਕੀਤਾ। ਔਰ ਅਸੀਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਵਰਗਾ ਮੋਟੀਵੇਟਰ ਦੁਨੀਆ 'ਤੇ ਅੱਜ ਕੱਲ੍ਹ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ, ਕਿ ਜਿਨ੍ਹਾਂ ਨੇ ਇੱਕ ਮੁਰਦਾ ਕੌਮ ਨੂੰ ਜਾਨ ਪਾ ਦਿੱਤੀ, ਜਿਹੜੀ ਕੌਮ ਕਿ ਪਿਛਲੇ 700 ਸਾਲਾਂ ਤੋਂ ਗੁਲਾਮੀ ਦਾ ਹੰਡਾਰੀ ਸੀਗੀ। ਉਹਨਾਂ ਨੂੰ ਅੰਦਰ ਇਹ ਜਾਗਰਤਾ ਪੈਦਾ ਕਰਤੀ ਕਿ ਤੁਸੀਂ ਵੀ ਆਪਣੀ ਇੱਕ ਜ਼ਿੰਦਗੀ ਜਿਹੜੀ ਹੈ ਇੱਜ਼ਤ ਨਾਲ, ਮਾਣ ਨਾਲ ਜੂ ਸਕਦੇ ਹੋ। ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਪਰਸਪੈਕਟਿਵ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਜਿਸ ਤਰ੍ਹਾਂ ਕਰਨਲ ਸਾਹਿਬ ਨੇ ਜੋ ਗੱਲ ਕੀਤੀ ਸਾਡੇ ਨਾਲ, ਇਤਿਹਾਸ ਵਿੱਚ ਬਹੁਤ ਕੁਝ ਮਿਲਗੋਬਾ ਹੈ, ਇਹ ਅਸੀਂ ਆਪ ਦੇਖਣਾ ਹੈਗਾ ਕਿ ਕੀ ਇਸ ਤਰ੍ਹਾਂ ਹੋ ਸਕਦਾ ਹੈ। ਅੱਜ ਵੀ ਅਸੀਂ ਦੇਖ ਲਈਏ ਜਿਸ ਤਰ੍ਹਾਂ ਕਰਨਲ ਸਾਹਿਬ ਨੇ ਦੱਸਿਆ ਕਿ ਮਿਲਟਰੀ ਕੈਂਪੇਨਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਸ ਵਿੱਚ ਵੀ ਜਿਹੜਾ ਕਮਾਂਡਰ ਹੁੰਦਾ ਉਹ ਲੀਡ ਕਰਦਾ ਹੈ। ਜੇਕਰ ਉਸ ਦੇ ਥੱਲੋਂ ਸਿਪਾਹੀ ਚਲੇ ਜਾਣ ਤਾਂ ਇਸ ਦਾ ਮਤਲਬ ਹੈ ਕਿ ਸਿਪਾਹੀਆਂ ਦੀ ਗਲਤੀ ਨਹੀਂ, ਉਹ ਕਮਾਂਡਰ ਦੇ ਵਿੱਚ ਕੋਈ ਲੀਡਰਸ਼ਿਪ ਦੀ ਘਾਟ ਸੀ। ਕੀ ਅਸੀਂ ਇਹ ਸਮਝ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਵਿੱਚ ਕੁਝ ਕਮੀ ਸੀ? ਇੱਕ ਪਾਸੇ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਜੇ ਚਰਚਾ ਕਰਦੇ ਹਾਂ ਕਿ ਉਹ ਬਹੁਤ ਵੱਡੇ ਫਿਲਾਸਫਰ ਸਨ, ਬਹੁਤ ਵੱਡੇ ਜਰਨੈਲ ਸਨ, ਪਰ ਇਹ 40 ਮੁਕਤਿਆਂ ਦਾ ਜੋ ਇਹ ਇਤਿਹਾਸ ਹੈ ਇਸ ਵਿੱਚ ਜਿਸ ਤਰੀਕੇ ਨਾਲ ਮਿਲਗੋਬਾ ਕੀਤਾ ਗਿਆ, ਸਮਾਂ ਇਹ ਮੰਗ ਕਰਦਾ ਹੈ ਕਿ ਅਸੀਂ ਇਸ ਚੀਜ਼ ਪ੍ਰਤੀ ਧਿਆਨ ਨਾਲ ਸੋਚ ਕੇ ਸਮਝ ਕੇ ਇਸ ਦੇ ਉੱਤੇ ਕੰਮ ਕਰੀਏ ਤੇ ਸਮਝ ਸਕੀਏ ਕਿ ਇਸ ਤਰ੍ਹਾਂ ਨਹੀਂ ਹੋਇਆ ਸੀ ਤੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਕਲੰਕ ਜੋ ਹੈ 40 ਮੁਕਤਿਆਂ ਤੇ ਲਾਇਆ ਗਿਆ। करना जी प्रोग्राम की इत्थे ही समाप्ति। फीडबैक जरूर देना 6046037555 या फिर ईमेल जरिए भी संपर्क कर सकते हो harpreetsingh@gmail.com। ये सारे एपीसोड्स तुसी youtube.com/harpreetsingh शो भी जाके देख सकते हो। लैना आ गया, फिर मुलाकात करांगे, तब तक गुड बाय।